ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਏਐਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ 8ਵੀਂ ਸ਼੍ਰੇਣੀ ਦਾ ਸਮਾਜਿਕ ਵਿਗਿਆਨ ਦਾ ਪਾਠ ਨੰਬਰ 24 ਸੰਸਦ ਬਣਤਰ ਭੂਮਿਕਾ ਤੇ ਵਿਸ਼ੇਸ਼ਤਾਵਾਂ। ਇਸ ਲੈਸਨ ਦੇ ਅੱਜ ਅਸੀਂ ਇਸ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਕਰਾਂਗੇ। ਇਸ ਲੈਸਨ ਨੂੰ ਸਾਰਾ ਕਵਰ ਕਰਾਂਗੇ, ਤਾਂ ਧਿਆਨ ਦੇ ਨਾਲ ਵੀਡੀਓ ਨੂੰ ਦੇਖੋ, ਸੁਣੋ ਔਰ ਆਪਣੀ ਕਾਪੀ ਦੇ ਉੱਪਰ ਇਸ ਦੇ ਨੋਟਸ ਤਿਆਰ ਕਰੋ। ਬਾਰ-ਬਾਰ ਵੀਡੀਓ ਨੂੰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਘੰਟੀ ਵਾਲੇ ਬਟਨ ਨੂੰ ਪ੍ਰੈਸ ਜ਼ਰੂਰ ਕਰੋ ਤਾਂ ਕਿ ਜਦੋਂ ਵੀ ਨਵਾਂ ਵੀਡੀਓ ਕਿਸੇ ਟਾਈਮ ਵੀ ਆਵੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਵੇ। ਔਰ ਲਾਸਟ ਦੇ ਵਿੱਚ ਇਸ ਤਰ੍ਹਾਂ ਅੱਗੇ ਵੀ ਤੁਹਾਨੂੰ ਦੱਸਿਆ ਜਾਂਦਾ ਕਿ ਤੁਹਾਨੂੰ ਇਸ ਦੇ ਵਿੱਚ ਅਖੀਰ ਦੇ ਵਿੱਚ ਜੋ ਇੰਗਲਿਸ਼ ਮੀਡੀਅਮ ਦੇ ਬੱਚੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਇੰਗਲਿਸ਼ ਮੀਡੀਅਮ ਦੇ ਵਿੱਚ ਇਸੇ ਲੈਸਨ ਦੇ ਜਿਹੜੇ ਨੋਟਸ ਪ੍ਰੋਵਾਈਡ ਹੋਣਗੇ, ਤਾਂ ਇੰਗਲਿਸ਼ ਮੀਡੀਅਮ ਵਾਲੇ ਬੱਚੇ ਲਾਸਟ ਤੇ ਜਾ ਕੇ ਆਪਣੇ ਜਿਹੜੇ ਨੋਟਸ ਆ ਉਹ ਉੱਥੋਂ ਤਿਆਰ ਕਰ ਸਕਦੇ ਆ। ਪਹਿਲਾ ਪ੍ਰਸ਼ਨ ਹੈ ਜੀ, ਸੰਸਦ ਦੇ ਸ਼ਬਦੀ ਅਰਥ ਲਿਖੋ। ਤਾਂ ਸੰਸਦ ਦਾ ਜਿਹੜਾ ਪੰਜਾਬੀ ਭਾਸ਼ਾ ਦਾ ਸ਼ਬਦ ਸੰਸਦ, ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪਾਰਲੀਮੈਂਟ ਜੋ ਫਰਾਂਸੀਸੀ ਭਾਸ਼ਾ ਦੇ ਸ਼ਬਦ ਪਾਰਲਰ ਤੋਂ ਲਿਆ ਗਿਆ ਹੈ। ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਜੀ ਪਾਰਲੀਮੈਂਟ, ਜੋ ਕਿ ਫਰਾਂਸੀਸੀ ਦੇ ਭਾਸ਼ਾ ਦੇ ਸ਼ਬਦ ਅੱਗੇ ਪਾਰਲਰ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਗੱਲਬਾਤ ਕਰਨਾ। ਠੀਕ ਹੈ, ਤਾਂ ਸੰਸਦ ਦਾ ਅਰਥ ਅਸੀਂ ਜੇ ਸਪਸ਼ਟ ਕਹੀਏ ਸਿੱਧੇ ਤੌਰ ਤੇ ਗੱਲਬਾਤ ਕਰਨਾ। ਸੋ ਸੰਸਦ ਇੱਕ ਅਜਿਹੀ ਸੰਸਥਾ ਹੈ ਜਿੱਥੇ ਬੈਠ ਕੇ ਲੋਕਾਂ ਦੇ ਨੁਮਾਇੰਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਸ਼ਿਆਂ ਤੇ ਗੱਲਬਾਤ ਕਰਦੇ ਹਨ। ਤੁਸੀਂ ਚੈਨਲ ਵੀ ਦੇਖੇ ਹੋਣੇ, ਰਾਜ ਸਭਾ ਤੇ ਲੋਕ ਸਭਾ, ਉੱਥੇ ਇਹ ਆਪਸੀ ਜਿਹੜੀ ਉਹਨਾਂ ਦੀ ਗੱਲਬਾਤ ਹੁੰਦੀ ਹੈ ਸੰਸਦ ਦੇ ਵਿੱਚ। ਠੀਕ ਹੈ, ਤਾਂ ਸੰਸਦ ਦਾ ਜਿਹੜਾ ਸਿੱਧਾ ਅਸੀਂ ਕਹੀਏ ਸਪਸ਼ਟ ਅਰਥ ਹੈ ਗੱਲਬਾਤ ਕਰਨਾ। ਅੰਗਰੇਜ਼ੀ ਦੇ ਵਿੱਚ ਪਾਰਲੀਮੈਂਟ, ਫਰਾਂਸੀਸੀ ਭਾਸ਼ਾ ਦੇ ਸ਼ਬਦ ਪਾਰਲਰ ਤੋਂ ਲਿਆ ਗਿਆ, ਜਿਸ ਦਾ ਅਰਥ ਕੀ ਹੈ ਗੱਲਬਾਤ ਕਰਨਾ, ਤੇ ਉਸ ਨੂੰ ਅਸੀਂ ਬੋਲਦੇ ਹਾਂ ਸੰਸਦ। ਸਰਕਾਰ ਸੰਸਦ ਪ੍ਰਤੀ ਕਿਵੇਂ ਜਵਾਬਦੇਹ ਹੁੰਦੀ ਹੈ? ਹੁਣ ਸੰਸਦ ਦੇ ਪ੍ਰਤੀ ਸਰਕਾਰ ਕਿਵੇਂ ਜਵਾਬਦੇਹ? ਸਰਕਾਰ ਉਹਨਾਂ ਚਿਰ ਹੀ ਆਪਣੇ ਅਹੁਦੇ ਤੇ ਵਿਰਾਜਮਾਨ ਰਹਿੰਦੀ ਹੈ ਜਿੰਨਾ ਚਿਰ ਉਸ ਕੋਲ ਸੰਸਦ ਵਿੱਚ ਬਹੁਮਤ ਦਾ ਸਮਰਥਨ ਹੁੰਦਾ ਹੈ। ਤਾਂ ਸੰਸਦ ਦੇ ਵਿੱਚ ਜਿੰਨਾ ਚਿਰ ਸਰਕਾਰ ਦੇ ਕੋਲ ਬਹੁਮਤ ਹੁੰਦਾ ਹੈ, ਮੰਨ ਲਓ ਸੰਸਦ ਦੇ ਵਿੱਚ ਜਿੰਨੇ ਮੈਂਬਰ ਹੁੰਦੇ ਆ ਸੰਸਦ ਦੇ ਵਿੱਚ, ਠੀਕ ਹੈ, 2 ਸਦਨ ਹੁੰਦੇ ਆ ਸੰਸਦ ਦੇ, ਹੇਠਲਾ ਸਦਨ ਤੇ ਉੱਪਰਲਾ ਸਦਨ। ਸਾਡੇ ਉੱਪਰਲਾ ਤੇ ਹੇਠਲਾ, ਉੱਪਰਲਾ ਸਦਨ ਰਾਜ ਸਭਾ ਤੇ ਹੇਠਲਾ ਸਦਨ ਲੋਕ ਸਭਾ। ਅਗਰ ਉਹਨਾਂ ਟਾਈਮ ਹੀ ਜਿਹੜੀ ਸਰਕਾਰ ਆ ਉਹ ਸੰਸਦ ਦੇ ਵਿੱਚ ਬਣੀ ਰਹਿ ਸਕਦੀ ਹੈ, ਉਹ ਉਹਨਾਂ ਚਿਰ ਹੀ ਬਣੀ ਰਹਿ ਸਕਦੀ ਜਿੰਨਾ ਚਿਰ ਉਹਨਾਂ ਕੋਲ ਸੰਸਦ ਵਿੱਚ ਬਹੁਮਤ ਸਮਰਥਨ ਰਹਿੰਦਾ ਹੈ। ਬਹੁਮਤ ਸਮਰਥਨ ਜਾਣੀ ਕਿ ਵੱਧ ਲੋਕਾਂ ਦਾ ਸਮਰਥਨ ਰਹਿੰਦਾ। ਅਗਰ ਵੱਧ ਲੋਕ ਉਹਨਾਂ ਦੇ ਖਿਲਾਫ ਹੋ ਜਾਂਦੇ ਤਾਂ ਉਹਨਾਂ ਦੀ ਸਰਕਾਰ ਕੀ ਹੈ, ਗਿਰ ਸਕਦੀ ਹੈ, ਉਹ ਰੱਦ ਹੋ ਸਕਦੀ ਹੈ। ਸੰਸਦ ਵਿੱਚ ਕਾਨੂੰਨ ਕਿਵੇਂ ਬਣਦਾ ਹੈ? ਹੁਣ ਸੰਸਦ ਦੇ ਵਿੱਚ ਕਾਨੂੰਨ ਕਿਸ ਤਰ੍ਹਾਂ ਬਣਦਾ ਹੈ? ਬੜੀ ਲੰਮੀ ਪ੍ਰਕਿਰਿਆ ਹੈ, ਕਈ ਪੜਾਵਾਂ ਦੇ ਵਿੱਚੋਂ ਲੰਘਣਾ ਪੈਂਦਾ, ਪਰ ਤੁਹਾਡੇ ਜੋ ਇੱਥੇ 1 ਨੰਬਰ ਦੇ ਵਿੱਚ ਲਿਖਿਆ ਬਿੱਲ ਇਹ ਕਿਸੇ ਵੀ ਸਦਨ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਬਿੱਲ ਕਿਸੇ ਵੀ ਸਦਨ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਕੁਝ ਬਿੱਲ ਹੁੰਦੇ ਆ ਜਿਹੜੇ ਅਲੱਗ-ਅਲੱਗ ਵਿਸ਼ੇਸ਼ ਮੁੱਦੇ ਤੇ ਪੇਸ਼ ਹੁੰਦੇ ਆ। ਬਿੱਲ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤੇ ਜਾ ਸਕਦੇ ਹਨ। ਦੋਵੇਂ ਸਦਨਾਂ ਵਿੱਚੋਂ ਪਾਸ ਹੋਣ ਮਗਰੋਂ ਰਾਸ਼ਟਰਪਤੀ ਦੀ ਪ੍ਰਵਾਨਗੀ ਉਪਰੰਤ ਜਿਹੜਾ ਬਿੱਲ ਆ ਉਹ ਕਾਨੂੰਨ ਬਣਦਾ। ਠੀਕ ਹੈ, ਤਾਂ ਬਿੱਲ ਦੱਸ ਦਈਏ, ਜਦ ਬਿੱਲ ਸੰਸਦ ਦੇ ਵਿੱਚ ਪੇਸ਼ ਹੁੰਦਾ ਤਾਂ ਉਹਦੇ 3-4 ਪੜਾਅ ਹੁੰਦੇ ਆ। ਪਹਿਲਾਂ ਉਹਦੇ ਉੱਪਰ ਬਹਿਸ ਹੁੰਦੀ ਆ, ਉਹਦੀਆਂ ਧਾਰਾਵਾਂ ਦੇ ਹਰੇਕ ਪਹਿਲੂ ਨੂੰ ਪੜ੍ਹਿਆ ਜਾਂਦਾ, ਫਿਰ ਉਹ ਜਦ ਲਾਸਟ ਦੇ ਵਿੱਚ ਉਹਨੇ ਲਿਖਿਆ ਜਿਵੇਂ ਰਾਸ਼ਟਰਪਤੀ ਦੀ ਪ੍ਰਵਾਨਗੀ ਦੇ ਉਪਰੰਤ ਹੀ ਕੋਈ ਬਿੱਲ ਹੈ ਜਿਹੜਾ ਉਹ ਕਾਨੂੰਨ ਬਣਦਾ। ਠੀਕ ਹੈ ਜੀ। ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਕਿਵੇਂ ਬਣਦੀ ਹੈ? ਲੋਕ ਸਭਾ ਚੋਣਾਂ ਤੋਂ ਬਾਅਦ ਜਿਸ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਸ ਦਲ ਸਰਕਾਰ ਬਣਾਉਂਦਾ ਹੈ। ਲੋਕ ਸਭਾ ਜਦ ਚੋਣਾਂ ਹੁੰਦੀਆਂ ਤੁਸੀਂ ਜਾਣਦੇ ਹੋ, ਬਹੁਮਤ ਯਾਨੀ ਕਿ ਜਿਹਦੇ ਵੱਲ ਵੋਟਾਂ ਵੱਧ ਹੁੰਦੀਆਂ, ਜਿਹਦੇ ਵੱਲ ਲੋਕ ਵੱਧ ਹੁੰਦੇ ਆ, ਉਹਨਾਂ ਦੀ ਹੀ ਸਰਕਾਰ ਬਣਦੀ। ਠੀਕ ਹੈ, ਬਹੁਮਤ ਦਾ ਅਰਥ ਹੈ ਜਿੱਧਰ ਵੱਧ ਹੋਣ। ਠੀਕ ਹੈ, ਤਾਂ ਬਹੁਮਤ ਦਲ ਉਹ ਦਲ ਹੀ ਸਰਕਾਰ ਬਣਾਉਂਦਾ ਜਿਹੜਾ ਕਿ ਬਹੁਮਤ ਪ੍ਰਾਪਤ ਕਰਦਾ ਹੈ। ਸੰਸਦੀ ਸਰਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ। ਤਾਂ ਸੰਸਦੀ ਸਰਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕੀ ਹੈ? ਨਾ ਮਾਤਰ ਅਤੇ ਅਸਲ ਕਾਰਜਪਾਲਿਕਾ ਵਿੱਚ ਅੰਤਰ। ਨਾ ਮਾਤਰ ਕਾਰਜਪਾਲਿਕਾ ਇਹਦੇ ਵਿੱਚ ਹੁੰਦੀ ਹੈ, ਜਿਸ ਤਰ੍ਹਾਂ ਸਾਡਾ ਰਾਸ਼ਟਰਪਤੀ ਹੈ ਤਾਂ ਨਾ ਮਾਤਰ ਦੀ ਕਾਰਜਪਾਲਿਕਾ ਉਸਨੂੰ ਸੰਵਿਧਾਨਕ ਮੁਖੀ ਬੋਲਦੇ ਆ। ਅਸਲ ਕਾਰਜਪਾਲਿਕਾ ਹੁੰਦੀ ਹੈ ਪ੍ਰਧਾਨ ਮੰਤਰੀ ਤੇ ਉਸ ਦਾ ਮੰਤਰੀ ਪਰਿਸ਼ਦ। ਜਿਵੇਂ ਅਸੀਂ ਪਿੱਛੇ ਪੜ੍ਹਿਆ ਕਿ ਬਿੱਲ ਜਿਹੜਾ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਕਾਨੂੰਨ ਬਣਦਾ, ਕਾਨੂੰਨ ਬਣਦਾ, ਪਰ ਉਹ ਪਹਿਲਾਂ ਜਿਹੜਾ ਸੰਸਦ ਦੇ ਵਿੱਚ ਪੇਸ਼ ਹੋ ਕੇ ਜਾਂਦਾ, ਉੱਥੋਂ ਪਾਸ ਹੋ ਕੇ ਜਾਂਦਾ। ਰਾਸ਼ਟਰਪਤੀ ਦਾ ਕੰਮ ਸਿਰਫ ਉਹਦੇ ਉੱਪਰ ਕੀ ਹੈ, ਸਾਈਨ ਕਰਨਾ ਹੀ ਹੁੰਦਾ। ਠੀਕ ਹੈ, ਤਾਂ ਇਸੇ ਤਰ੍ਹਾਂ ਜਿਹੜਾ ਰਾਸ਼ਟਰਪਤੀ ਕੋਲ ਸ਼ਕਤੀਆਂ ਹੁੰਦੀਆਂ ਉਹ ਨਾ ਮਾਤਰ ਦੀ ਕਾਰਜਪਾਲਿਕਾ ਹੁੰਦੀ ਹੈ, ਕਿਉਂਕਿ ਸਾਰੀਆਂ ਸ਼ਕਤੀਆਂ ਦੀ ਵਰਤੋਂ ਜੋ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਹੀ ਕਰਦਾ ਹੈ। ਠੀਕ ਹੈ, ਤਾਂ ਯਾਦ ਰੱਖਣਾ ਨਾ ਮਾਤਰ ਅਤੇ ਅਸਲ ਕਾਰਜਪਾਲਿਕਾ ਵਿੱਚ ਅੰਤਰ ਹੈ ਦੋਵਾਂ ਦੇ ਵਿੱਚ। ਪ੍ਰਧਾਨ ਮੰਤਰੀ ਦੀ ਅਗਵਾਈ ਜਿਵੇਂ ਅਸੀਂ ਪੜ੍ਹਿਆ, ਇਹਦੇ ਵਿੱਚ ਪ੍ਰਧਾਨ ਮੰਤਰੀ ਦੀ ਜਿਹੜੀ ਅਗਵਾਈ ਉਹ ਜ਼ਿਆਦਾ ਹੁੰਦੀ ਹੈ, ਕਿਉਂਕਿ ਜਿੰਨਾ ਵੀ ਮੰਤਰੀ ਮੰਡਲ ਹੁੰਦਾ ਸਾਰਾ ਪ੍ਰਧਾਨ ਮੰਤਰੀ ਦੀ ਅਗਵਾਈ ਨਾਲ ਹੀ ਚੱਲਦਾ। ਕਾਰਜਪਾਲਿਕਾ ਦੀ ਸੰਸਦ ਪ੍ਰਤੀ ਜਵਾਬਦੇਹੀ। ਫਿਰ ਕਾਰਜਪਾਲਿਕਾ ਜਿਹੜੀ ਹੈ ਉਹ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ, ਵੀ ਜੋ ਵੀ ਸਰਕਾਰ ਹੁੰਦੀ ਹੈ ਉਹ ਸੰਸਦ ਪ੍ਰਤੀ ਜਵਾਬਦੇਹ ਹੁੰਦੀ ਹੈ। ਸੰਸਦ ਦੇ ਵਿੱਚ ਜਿਹੜਾ ਵਿਰੋਧੀ ਧਿਰ ਹੁੰਦਾ, ਦੂਸਰੀ ਸਰਕਾਰ ਦੇ ਲੋਕ ਹੁੰਦੇ ਆ, ਉਹਨਾਂ ਨੂੰ ਜਵਾਬ ਦੇਣਾ ਪੈਂਦਾ। ਕੋਈ ਵੀ ਮੁੱਦੇ ਤੇ ਉਹਨਾਂ ਤੋਂ ਪ੍ਰਸ਼ਨ ਪੁੱਛ ਸਕਦੇ ਆ ਵੀ ਤੁਸੀਂ ਜੋ ਵੀ ਕਾਨੂੰਨ ਪਾਸ ਕੀਤਾ ਉਸ ਦੇ ਵਿਰੁੱਧ ਉਹ ਉਹਨਾਂ ਨੂੰ ਅਪੀਲ ਕਰਨਗੇ ਤਾਂ ਉਹਨਾਂ ਨੂੰ ਉਸ ਦਾ ਜਵਾਬ ਦੇਣਾ ਪਊਗਾ। ਠੀਕ ਹੈ, ਇਹ 3 ਗੱਲਾਂ ਅਸੀਂ ਯਾਦ। ਲਟਕਦੀ ਸੰਸਦ ਤੋਂ ਕੀ ਭਾਵ ਹੈ? ਲਟਕਦੀ ਸੰਸਦ ਤੋਂ ਭਾਵ ਅਜਿਹੀ ਲੋਕ ਸਭਾ ਤੋਂ ਹੈ ਜਿਸ ਵਿੱਚ ਚੋਣਾਂ ਤੋਂ ਬਾਅਦ ਕਿਸੇ ਇੱਕ ਰਾਜਨੀਤਿਕ ਦਲ ਨੂੰ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਹੁੰਦਾ। ਠੀਕ ਹੈ, ਤਾਂ ਅਸੀਂ ਉਸ ਨੂੰ ਕਹਾਂਗੇ ਲਟਕਦੀ ਸੰਸਦ, ਜਿਸ ਵਿੱਚ ਚੋਣਾਂ ਤੋਂ ਬਾਅਦ ਕਿਸੇ ਇੱਕ ਰਾਜਨੀਤਿਕ ਦਲ ਨੂੰ ਸਪਸ਼ਟ ਬਹੁਮਤ ਪ੍ਰਾਪਤ ਨਹੀਂ ਹੁੰਦਾ। ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੀ ਕਿਉਂ ਲਾਗੂ ਕੀਤੀ ਗਈ?
ਤਾਂ ਇਸ ਦਾ ਪਹਿਲਾ ਕਾਰਨ ਭਾਰਤੀ ਲੋਕਾਂ ਨੂੰ ਸੰਸਦੀ ਸ਼ਾਸਨ ਪ੍ਰਣਾਲੀ ਪ੍ਰਤੀ ਜਾਣਕਾਰੀ। ਆਜ਼ਾਦੀ ਤੋਂ ਪਹਿਲਾਂ ਸਾਡੇ ਦੇਸ਼ ਵਿੱਚ 1919 ਅਤੇ 1935 ਦੇ ਐਕਟਾਂ ਦੁਆਰਾ ਸੰਸਦੀ ਸਰਕਾਰ ਲਾਗੂ ਕੀਤੀ ਗਈ ਸੀ। ਠੀਕ ਹੈ, ਤਾਂ ਭਾਰਤੀ ਲੋਕਾਂ ਨੂੰ ਪਹਿਲਾਂ ਹੀ ਸੰਸਦੀ ਸ਼ਾਸਨ ਪ੍ਰਣਾਲੀ ਬਾਰੇ ਜਾਣਕਾਰੀ ਸੀ, ਜੋ ਕਿ 1919 ਤੇ 1935 ਚ ਪਹਿਲਾਂ ਹੀ ਦੋ ਐਕਟ ਲਾਗੂ ਹੋਏ ਸੀ, ਉਹਨਾਂ ਦੁਆਰਾ ਸੰਸਦੀ ਸਰਕਾਰ ਹੈ ਜਿਹੜੀ ਸਾਡੇ ਦੇਸ਼ ਵਿੱਚ ਲਾਗੂ ਹੋਈ ਸੀ। ਸੰਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਸਮਰਥਨ। ਫਿਰ ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਵੀ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਸਮਰਥਨ ਕੀਤਾ ਤੇ ਇਹ ਦੋ ਕਾਰਨ ਸੀ ਕਿ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੀ ਲਾਗੂ ਕੀਤੀ ਗਈ। ਅਗਲੇ ਕੀ ਆ, ਇਹ ਪ੍ਰਣਾਲੀ ਜ਼ਿੰਮੇਵਾਰੀ ਉੱਤੇ ਆਧਾਰਿਤ ਹੈ। ਅਗਲਾ ਤੀਸਰਾ ਕਾਰਨ ਕੀ ਸੀ, ਇਹ ਪ੍ਰਣਾਲੀ ਸੀ ਜਿਹੜੀ ਜ਼ਿੰਮੇਵਾਰੀ ਤੇ ਆਧਾਰਿਤ ਹੈ। ਭਾਰਤੀ ਸਦੀਆਂ ਤੋਂ ਗੁਲਾਮ ਰਿਹਾ ਹੈ, ਇਸ ਲਈ ਅਜਿਹੀ ਸਰਕਾਰ ਦੀ ਲੋੜ ਸੀ ਜਿਹੜੀ ਜ਼ਿੰਮੇਵਾਰੀ ਦੀ ਭਾਵਨਾ ਤੇ ਆਧਾਰਿਤ ਹੋਵੇ। ਠੀਕ ਹੈ, ਇੱਕ ਇਹ ਕਾਰਨ ਹੋ ਗਿਆ। ਇਹ ਸਰਕਾਰ ਪਰਿਵਰਤਨਸ਼ੀਲ ਹੈ। ਪਰਿਵਰਤਨਸ਼ੀਲ ਤੁਸੀਂ ਸਮਝੋ, ਸਰਕਾਰਾਂ ਬਦਲਦੀਆਂ ਰਹਿੰਦੀਆਂ, ਕਦੇ ਕਾਂਗਰਸ ਆ ਗਈ, ਕਦੇ ਬੀਜੇਪੀ ਆ ਗਈ, ਕਦੇ ਆਪ ਆ ਗਈ। ਲੋਕ ਅਜਿਹੀ ਸਰਕਾਰ ਦੀ ਵਿਵਸਥਾ ਕਰਨਾ ਚਾਹੁੰਦੇ ਹਨ ਜੋ ਨਿਰਪੱਖ ਨਾ ਬਣ ਸਕੇ। ਠੀਕ ਹੈ, ਜੋ ਆਪਣੇ ਹੀ ਫੈਸਲੇ ਸਾਡੇ ਉੱਪਰ ਨਾ ਥੋਪੇ। ਸੰਸਦੀ ਸਰਕਾਰ ਕਦੇ ਵੀ ਬਦਲੀ ਜਾ ਸਕਦੀ, ਤਾਂ ਅਸੀਂ ਇਲੈਕਸ਼ਨ ਦੇ ਦੌਰਾਨ ਉਹਨਾਂ ਨੂੰ ਬਦਲ ਸਕਦੇ ਹਾਂ। ਅਸਲ ਰੂਪ ਵਿੱਚ ਲੋਕਤੰਤਰੀ ਸਰਕਾਰ ਹੈ। ਅਸਲ ਰੂਪ ਵਿੱਚ ਜਿਹੜੀ ਸੰਸਦੀ ਸਰਕਾਰ ਆ ਉਹ ਲੋਕਤੰਤਰੀ ਸਰਕਾਰ ਹੈ। ਸੰਸਦੀ ਸਰਕਾਰ ਹੀ ਅਸਲ ਰੂਪ ਵਿੱਚ ਲੋਕਤੰਤਰ ਨੂੰ ਸਥਾਪਿਤ ਕਰਦੀ ਹੈ। ਲੋਕ ਆਪਣੇ ਪ੍ਰਤੀਨਿਧਤਾ ਰਾਹੀਂ ਸਰਕਾਰ ਚਲਾਉਂਦੇ ਹਨ, ਤਾਂ ਲੋਕ ਅਸੀਂ ਜਿਨ੍ਹਾਂ ਨੂੰ ਜਿਹੜੇ ਨੁਮਾਇੰਦੇ ਅਸੀਂ ਵੋਟਾਂ ਪਾ ਕੇ ਚੁਣਦੇ ਹਾਂ ਉਹੀ ਅੱਗੇ ਜਾ ਕੇ ਫਿਰ ਸਰਕਾਰ ਚਲਾਉਂਦੇ ਹਨ। ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਕੀ ਹੈ, ਲਿਖੋ। ਤਾਂ ਰਾਸ਼ਟਰਪਤੀ ਦੀ ਕੀ ਭੂਮਿਕਾ ਸੀ ਪਹਿਲਾਂ ਪੜ੍ਹ ਲਈਏ। ਰਾਸ਼ਟਰਪਤੀ ਕੋਲ ਵਿਧਾਨਕ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਸ਼ਕਤੀਆਂ ਹਨ, ਪਰ ਅਸਲ ਵਿੱਚ ਉਹ ਇਹਨਾਂ ਸ਼ਕਤੀਆਂ ਦੀ ਵਰਤੋਂ ਉਹ ਆਪਣੀ ਇੱਛਾ ਅਨੁਸਾਰ ਨਹੀਂ ਕਰ ਸਕਦਾ। ਉਸ ਕੋਲ ਸ਼ਕਤੀਆਂ ਹਨ ਪਰ ਉਹ ਇਹਨਾਂ ਦੀ ਵਰਤੋਂ ਆਪਣੀ ਇੱਛਾ ਅਨੁਸਾਰ ਨਹੀਂ ਕਰ ਸਕਦਾ। ਉਹ ਇਹਨਾਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੀ ਸਲਾਹ ਨਾਲ ਕਰਦਾ। ਜਿਵੇਂ ਅਸੀਂ ਪਹਿਲਾਂ ਦੱਸਿਆ ਕਿ ਤਾਂ ਹੀ ਰਾਸ਼ਟਰਪਤੀ ਨੂੰ ਇੱਕ ਸੰਵਿਧਾਨਕ ਮੁਖੀ ਜਾਂ ਨਾ ਮਾਤਰ ਦੀ ਕਾਰਜਪਾਲਿਕਾ ਕਿਹਾ ਜਾਂਦਾ, ਕਿਉਂਕਿ ਸਾਰੀਆਂ ਸ਼ਕਤੀਆਂ ਦੀ ਵਰਤੋਂ ਉਹ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ ਮੰਡਲ ਦੀ ਸਲਾਹ ਨਾਲ ਕਰਦਾ। ਪ੍ਰਧਾਨ ਮੰਤਰੀ ਦੀ ਗੱਲ ਹੈ ਤਾਂ ਪ੍ਰਧਾਨ ਮੰਤਰੀ ਮੰਤਰੀ ਮੰਡਲ, ਮੰਤਰੀ ਪਰਿਸ਼ਦ ਅਤੇ ਲੋਕ ਸਭਾ ਦਾ ਮੁਖੀ ਹੁੰਦਾ ਹੈ। ਮੰਤਰੀ ਮੰਡਲ, ਮੰਤਰੀ ਪਰਿਸ਼ਦ ਅਤੇ ਲੋਕ ਸਭਾ ਦਾ ਮੁਖੀ ਹੁੰਦਾ ਹੈ। ਉਹ ਸਮੁੱਚੇ ਰਾਜ ਪ੍ਰਬੰਧ ਦਾ ਚਾਲਕ ਅਤੇ ਕੇਂਦਰ ਬਿੰਦੂ ਹੁੰਦਾ ਹੈ। ਅਸਲ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਹੀ ਕਰਦਾ ਹੈ। ਠੀਕ ਹੈ ਜੀ, ਕੋਈ ਵੀ ਮੰਤਰੀ ਉਸ ਦੀ ਇੱਛਾ ਦੇ ਵਿਰੁੱਧ ਆਪਣੀ ਪਦਵੀ ਤੇ ਨਹੀਂ ਰਹਿ ਸਕਦਾ। ਕੋਈ ਵੀ ਮੰਤਰੀ ਜਿਹੜਾ ਪ੍ਰਧਾਨ ਮੰਤਰੀ ਦੀ ਇੱਛਾ ਦੇ ਵਿਰੁੱਧ ਆਪਣੀ ਪਦਵੀ ਤੇ ਨਹੀਂ ਰਹਿ ਸਕਦਾ। ਤਾਂ ਇਸ ਤੋਂ ਅਸੀਂ ਕੀ ਸਮਝਿਆ ਕਿ ਜ਼ਿਆਦਾ ਪਾਵਰਫੁਲ ਕੀ ਹੈ, ਪ੍ਰਧਾਨ ਮੰਤਰੀ ਹੈ। ਠੀਕ ਹੈ, ਰਾਸ਼ਟਰਪਤੀ ਨਹੀਂ। ਅਸਲੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਆ ਔਰ ਨਾ ਮਾਤਰ ਦੀ ਕਾਰਜਪਾਲਿਕਾ ਰਾਸ਼ਟਰਪਤੀ ਹੈ। ਬੇਸ਼ੱਕ ਜਿਹੜਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੋਂ ਉੱਪਰ ਹੈ, ਪਰ ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਜਿਹੜੀ ਪ੍ਰਧਾਨ ਮੰਤਰੀ ਔਰ ਉਸਦੀ ਮੰਤਰੀ ਮੰਡਲ ਦੀ ਸਲਾਹ ਨਾਲ ਹੀ ਕਰਦਾ ਹੈ। ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਜ਼ਿੰਮੇਵਾਰ ਕਾਰਨ। ਅਗਰ ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਜ਼ਿੰਮੇਵਾਰ ਕਾਰਨ ਕਿਹੜੇ ਇੱਕ ਦਿਨ ਵਿੱਚ 10 ਕਾਨੂੰਨ ਪਾਸ ਹੋ ਰਹੇ ਹਨ। ਜਿਹੜੇ ਸੰਸਦ ਦੀ ਸਥਿਤੀ ਗਿਰਾਵਟ ਆ ਰਹੀ ਹੈ, ਜੇ ਕੀ ਕਾਰਨ ਤਾਂ ਇੱਕ ਦਿਨ ਵਿੱਚ ਕਈ ਕਾਨੂੰਨ ਪਾਸ ਹੋ ਰਹੇ, 10 ਕਾਨੂੰਨ ਪਾਸ ਹੋ ਰਹੇ ਆ। ਸਪੀਕਰ ਦੀ ਨਿਰਪੱਖਤਾ ਬਾਰੇ ਸ਼ੱਕ। ਜਿਹੜਾ ਸਪੀਕਰ ਹੁੰਦਾ ਸਭਾ ਉੱਥੇ ਜਿਹੜਾ ਸੰਸਦ ਨੂੰ ਕੰਟਰੋਲ ਕਰਦਾ, ਤਾਂ ਉਹ ਇਸ ਤਰ੍ਹਾਂ ਲੱਗਦਾ ਜਿਹਦੀ ਸਰਕਾਰ ਆ ਉਹ ਆਪਣਾ ਕੰਮ ਉਹਨਾਂ ਲਈ ਕਰ ਰਿਹਾ। ਹਾਲਾਂਕਿ ਉਸ ਨੂੰ ਨਿਰਪੱਖ ਹੋਣਾ ਚਾਹੀਦਾ, ਕਿਸੇ ਦਾ ਪੱਖ ਨਹੀਂ ਲੈਂਦਾ। ਉਹ ਬਹਿਸ ਹੁੰਦਾ, ਜੋ ਸਹੀ ਹੁੰਦਾ ਫੈਸਲਾ ਉਹ ਉਹਨੂੰ ਕਰਨਾ ਹੁੰਦਾ। ਬਟ ਇਹ ਕਹਿੰਦੇ ਸ਼ੱਕ ਹੋ ਰਿਹਾ ਕਿ ਉਹ ਨਿਰਪੱਖਤਾ ਨਾਲ ਫੈਸਲਾ ਨਹੀਂ ਕਰ ਰਿਹਾ। ਸੰਸਦ ਵਿੱਚੋਂ ਮੈਂਬਰਾਂ ਦੀ ਗੈਰ ਹਾਜ਼ਰੀ। ਤਾਂ ਸੰਸਦ ਦੇ ਵਿੱਚ ਮੈਂਬਰ ਜਦ ਕੋਈ ਬਹਿਸ ਹੁੰਦੀ ਹੈ ਕਿਸੇ ਮੁੱਦੇ ਉੱਤੇ ਹਾਜ਼ਰ ਨਹੀਂ ਹੁੰਦੇ, ਇਹ ਵੀ ਇੱਕ ਵੱਡਾ ਕਾਰਨ ਹੈ। ਕਮੇਟੀ ਪ੍ਰਣਾਲੀ ਦਾ ਪਤਨ। ਬੈਠਕਾਂ ਵਿੱਚ ਕਮੀ। ਬੈਠਕਾਂ ਨਹੀਂ ਹੁੰਦੀਆਂ ਜੇਦੀ ਰਾਜਨੀਤੀ। ਤਾਂ ਜੇਦੀ ਰਾਜਨੀਤੀ ਮੀਨਸ ਅੱਜ ਕੱਲ੍ਹ ਵਿਰੋਧੀ ਧਿਰ ਅਰਜ਼ ਦਿੰਦਾ ਕਿ ਨਹੀਂ ਇਹ ਕਾਨੂੰਨ ਨਹੀਂ ਪਾਸ ਹੋਣਾ ਚਾਹੀਦਾ, ਅਸੀਂ ਇਹ ਕਾਨੂੰਨ ਨਹੀਂ ਬਣਨਾ। ਤਾਂ ਇਸ ਦੇ ਕਾਰਨ ਜਿਹੜੀ ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਇਹ ਜਿਹੜੇ ਕਾਰਨ ਹੈ ਜ਼ਿੰਮੇਵਾਰ ਹੈ ਕਿ ਸੰਸਦ ਕਮਜ਼ੋਰ ਹੋ ਰਹੀ ਹੈ। ਠੀਕ ਹੈ ਜੀ, ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਸੁਝਾਅ। ਹੁਣ ਉਹਦੇ ਉਲਟ ਲਿਖ ਦਿਓ, 9ਵੇਂ ਪ੍ਰਸ਼ਨ ਦੇ ਉਲਟ ਲਿਖ ਦਿਓ। ਕਾਨੂੰਨ ਪਾਸ ਕਰਨ ਸਮੇਂ ਯੋਗ ਵਿਚਾਰ ਵਟਾਂਦਰਾ ਹੋਣਾ ਚਾਹੀਦਾ। ਕੋਈ ਵੀ ਕਾਨੂੰਨ ਪਾਸ ਕਰਨਾ ਉੱਤੇ ਯੋਗ ਵਿਚਾਰ ਵਟਾਂਦਰਾ ਹੋਣਾ ਚਾਹੀਦਾ। ਸਪੀਕਰ ਨੂੰ ਨਿਰਪੱਖ ਹੋਣਾ ਚਾਹੀਦਾ। ਜੋ 9ਵੇਂ ਕੁਐਸਚਨ ਅਸੀਂ ਪੜ੍ਹਿਆ ਉਹਦੇ ਉਲਟ ਲਿਖ ਦੇਣੇ ਸੀ। ਸੰਸਦ ਵਿੱਚ ਮੈਂਬਰਾਂ ਨੂੰ ਹਾਜ਼ਰ ਰਹਿਣਾ ਚਾਹੀਦਾ ਸੀ, ਉੱਥੇ ਪੜ੍ਹਿਆ ਸੀ ਉੱਥੇ ਗੈਰ ਹਾਜ਼ਰ ਰਹਿੰਦੇ ਆ। ਬੈਠਕਾਂ ਦੀ ਰਾਜਨੀਤੀ ਵਿੱਚ ਵਾਧਾ ਹੋਣਾ ਚਾਹੀਦਾ ਹੈ। ਜਿਹੜੀ ਬੈਠਕਾਂ ਦੀ ਗਿਣਤੀ ਵਿੱਚ ਵਾਧਾ ਹੋਣਾ ਚਾਹੀਦਾ। ਬੈਠਕਾਂ ਅਸੀਂ ਪਿੱਛੇ ਪੜ੍ਹੇ ਸੀ ਘੱਟ ਹੁੰਦੀਆਂ ਤਾਂ ਵੱਧ ਹੋਣੀਆਂ ਚਾਹੀਦੀਆਂ। ਜੇਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ, ਅਸੀਂ ਪਿੱਛੇ ਪੜ੍ਹੇ ਸੀ ਜੇਦੀ ਰਾਜਨੀਤੀ ਹੁੰਦੀ ਹੈ। ਯਾਨੀ ਕਿ ਜੋ 9th ਲੈਸਨ ਔਰ 10th ਲੈਸਨ ਅਸੀਂ ਇੱਕ ਦਾ ਆਪੋਜ਼ਿਟ ਕਰ ਦੇਵਾਂਗੇ ਤਾਂ ਦੋਨਾਂ ਦੇ ਸਾਨੂੰ ਆਨਸਰ, ਇੱਕ ਦੇ ਆਨਸਰ ਯਾਦ ਕਰ ਲਓ, ਦੂਸਰੇ ਨੂੰ ਉਸਦੇ ਉਲਟ ਲਿਖ ਦਿਓ, ਤੁਹਾਡੇ ਦੋਨੋਂ ਆਨਸਰ ਕਵਰ ਹੋ ਜਾਣਗੇ। ਸਥਿਰ ਸਰਕਾਰਾਂ ਬਣਨੀਆਂ ਚਾਹੀਦੀਆਂ। ਠੀਕ ਹੈ ਜੀ, ਭਾਰਤੀ ਸੰਸਦ ਦੀ ਬਣਤਰ ਲਿਖੋ। ਹੁਣ ਭਾਰਤੀ ਸੰਸਦ ਦੀ ਬਣਤਰ ਬਾਰੇ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ, ਦੋ ਲੋਕ ਸਭਾ ਤੇ ਰਾਜ ਸਭਾ, ਦੋ ਸਦਨ ਸਾਡੇ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਜਿਵੇਂ ਕਿ ਨਾ ਹੋਣ ਤੋਂ ਹੀ ਸਪਸ਼ਟ ਹੈ ਕਿ ਲੋਕਾਂ ਦਾ ਸਦਨ ਹੈ। ਠੀਕ ਹੈ, ਇਸ ਵਿੱਚ ਲੋਕਾਂ ਦੁਆਰਾ ਪ੍ਰਤੱਖ ਚੁਣੇ ਹੋਏ ਮੈਂਬਰ ਹੁੰਦੇ ਹਨ, ਜਿਸ ਦੇ ਮੈਂਬਰਾਂ ਦੀ ਕੁੱਲ ਗਿਣਤੀ 545 ਹੈ। ਰਾਸ਼ਟਰਪਤੀ ਇਸ ਸੰਸਦ ਨੂੰ ਸੰਵਿਧਾਨ ਦੇ ਕਾਨੂੰਨ ਅਨੁਸਾਰ ਭੰਗ ਕਰ ਸਕਦਾ ਹੈ। ਸੰਵਿਧਾਨ ਦੇ ਕਾਨੂੰਨ ਅਨੁਸਾਰ ਭੰਗ ਕੀਤਾ ਜਾ ਸਕਦਾ, ਹੋਰ ਕਿਸੇ ਤਰੀਕੇ ਦੇ ਨਾਲ ਨਹੀਂ। ਔਰ ਪ੍ਰਤੱਖ ਚੋਣਾਂ ਯਾਨੀ ਕਿ ਸਿੱਧਾ ਅਸੀਂ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਲੈਂਦੇ ਹਾਂ, ਅਸੀਂ ਹੀ ਇਹਨਾਂ ਲੋਕਾਂ ਨੂੰ ਚੁਣਦੇ ਹਾਂ। ਰਾਜ ਸਭਾ ਇੱਕ ਸਥਾਈ ਸਦਨ ਹੈ ਜਿਸ ਦੇ ਮੈਂਬਰਾਂ ਦੀ ਕੁੱਲ ਗਿਣਤੀ 250 ਹੈ। 238 ਮੈਂਬਰ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਅਤੇ 12 ਮੈਂਬਰ ਰਾਸ਼ਟਰਪਤੀ ਦੁਆਰਾ ਵਿਗਿਆਨ, ਸਿਹਤ, ਕਲਾ ਤੇ ਸਮਾਜ ਸੇਵਾਵਾਂ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਵਿੱਚੋਂ ਨਾਮਜ਼ਦ ਕੀਤੇ ਨੇ। ਯਾਨੀ ਕਿ 12 ਮੈਂਬਰ ਜਿਹੜੇ ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਚੁਣਦਾ ਔਰ 238 ਮੈਂਬਰ ਆ ਜਿਹੜੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੁਣੇ ਜਾਂਦੇ ਆ। ਇਹ ਮੈਂਬਰ ਅਪਾਰਥਕ ਚੋਣ ਪ੍ਰਣਾਲੀ ਨਾਲ ਚੁਣੇ ਜਾਂਦੇ। ਅਪਾਰਥਕ ਚੋਣ ਪ੍ਰਣਾਲੀ ਵਿੱਚ ਜੋ ਲੋਕਾਂ ਨੂੰ ਅਸੀਂ ਚੁਣਦੇ ਹਾਂ ਉਹ ਅੱਗੇ ਇਹਨਾਂ ਲੋਕਾਂ ਨੂੰ ਚੁਣਦੇ ਆ। ਠੀਕ ਹੈ। ਇੱਥੇ ਇੱਕ ਹੋਰ ਗੱਲ ਨੋਟ ਕਰਨਾ, 12 ਮੈਂਬਰ ਆ ਜਿਹੜੇ ਰਾਸ਼ਟਰਪਤੀ ਰਾਜ ਸਭਾ ਵਿੱਚ ਹੁੰਦਾ ਤੇ 2 ਮੈਂਬਰ ਆ ਜਿਹੜੇ ਉਹ ਇੱਥੇ ਲੋਕ ਸਭਾ ਵਿੱਚ ਹੁੰਦਾ। ਇੱਥੇ ਮੈਂਸ਼ਨ ਨਹੀਂ ਹੋਇਆ, ਨੋਟ ਕਰ ਲੈਣਾ। 2 ਮੈਂਬਰ ਜਿਹੜੇ ਲੋਕ ਸਭਾ ਵਿੱਚ ਚੁਣ ਸਕਦਾ ਰਾਸ਼ਟਰਪਤੀ ਤੇ 12 ਮੈਂਬਰ ਰਾਜ ਸਭਾ ਦੇ ਵਿੱਚ। ਧਿਆਨ ਰੱਖਣਾ ਤੁਸੀਂ। ਠੀਕ ਹੈ। ਰਾਜ ਸਭਾ ਤੇ ਲੋਕ ਸਭਾ। ਅੱਗੇ ਕੁੱਲ ਖਾਲੀ ਥਾਵਾਂ ਹੈਗੀਆਂ। ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ 545 ਹੈ। ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ 250 ਸੀ ਪੜ੍ਹਿਆ। ਪੰਜਾਬ ਵਿੱਚੋਂ ਲੋਕ ਸਭਾ ਲਈ ਡੈਸ਼ ਮੈਂਬਰ ਯਾਨੀ ਕਿ 13 ਮੈਂਬਰ ਚੁਣੇ ਜਾਂਦੇ ਨੇ। ਭਾਰਤ ਦੇ ਰਾਸ਼ਟਰਪਤੀ ਬਣਨ ਲਈ ਘੱਟੋ ਘੱਟ 35 ਸਾਲ ਉਮਰ ਹੋਣੀ ਚਾਹੀਦੀ ਹੈ। ਸੰਸਦੀ ਸਰਕਾਰ ਨੂੰ ਲੋਕਤੰਤਰੀ ਸਰਕਾਰ ਵੀ ਕਿਹਾ ਜਾਂਦਾ ਹੈ। ਧਨ ਬਿੱਲ ਕੇਵਲ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾਂਦਾ। ਜਿਵੇਂ ਬਿੱਲ ਦੀ ਗੱਲ ਹੋਈ ਸੀ ਵੀ ਬਿੱਲ ਕਾਨੂੰਨ ਕਿਵੇਂ ਬਣਦਾ, ਤਾਂ ਜਿਹੜਾ ਧਨ ਬਿੱਲ ਹੈ, ਪੈਸੇ ਨਾਲ ਸੰਬੰਧਿਤ ਕੋਈ ਵੀ ਬਿੱਲ ਆ, ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾਂਦਾ ਹੈ। ਠੀਕ ਹੈ। ਅੱਗੇ ਆ ਗਿਆ ਲੋਕ ਸਭਾ ਇੱਕ ਸਥਾਈ ਸਦਨ ਹੈ। ਨਹੀਂ ਜੀ, ਰਾਜ ਸਭਾ ਇੱਕ ਸਥਾਈ ਸਦਨ ਹੈ। ਰਾਜ ਸਭਾ ਇੱਕ ਸਥਾਈ ਸਦਨ ਹੈ। ਹਾਂਜੀ, ਇਹ ਸਹੀ ਹੈ। ਰਾਜ ਸਭਾ ਇੱਕ ਸਥਾਈ ਸਦਨ ਹੈ। ਰਾਜ ਸਭਾ ਦੇ 1/3 ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੁੰਦੇ ਨੇ। ਇਹ ਵੀ ਸਹੀ ਹੈ ਜੀ। ਹਾਂਜੀ, ਹਰ 2 ਸਾਲ ਬਾਅਦ ਉਹ ਰਿਟਾਇਰ ਹੁੰਦੇ ਆ। ਇਹਦਾ ਕਾਰਜਕਾਲ ਜਿਹੜਾ ਇਹਨਾਂ ਦਾ 6 ਸਾਲ ਹੁੰਦਾ ਹੈ। ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਦੇ ਵਿਧਾਨ ਪਾਲਿਕਾ ਵਿੱਚ ਗੂੜਾ ਸੰਬੰਧ ਹੈ। ਬਿਲਕੁਲ ਸਹੀ ਹੈ ਜੀ। ਸੰਸਦੀ ਸਰਕਾਰ ਵਿੱਚ ਪ੍ਰਧਾਨ ਮੰਤਰੀ ਨਾਮਾਤਰ ਕਾਰਜਪਾਲਿਕਾ ਹੈ। ਗਲਤ ਹੈ ਜੀ। ਪ੍ਰਧਾਨ ਮੰਤਰੀ ਜਿਹੜਾ ਉਹ ਅਸਲੀ ਕਾਰਜਪਾਲਿਕਾ ਹੈ। ਰਾਸ਼ਟਰਪਤੀ ਨਾਮਾਤਰ ਕਾਰਜਪਾਲਿਕਾ ਅਸੀਂ ਪਿੱਛੇ ਪੜਿਆ ਹੈ। ਸੰਸਦ ਦੁਆਰਾ ਬਣਾਏ ਗਏ ਕਾਨੂੰਨ ਸਰਵਉੱਚ ਹੁੰਦੇ ਹਨ। ਬਿਲਕੁਲ ਸਹੀ ਹੈ। ਜਿਹੜੇ ਕਾਨੂੰਨ ਸੰਸਦ ਦੁਆਰਾ ਬਣ ਜਾਂਦੇ ਨੇ ਉਹ ਸਰਵਉੱਚ ਹੁੰਦੇ ਹਨ। ਬਹੁ ਵਿਕਲਪੀ ਪ੍ਰਸ਼ਨਾਂ ਦੇ ਵਿੱਚ ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰਦਾ, ਤੁਸੀਂ ਹੁਣੇ ਹੀ ਪੜ੍ਹ ਕੇ ਆਏ ਪਿੱਛੇ 12 ਮੈਂਬਰ। ਤਾਂ ਲੋਕ ਸਭਾ ਦੇ ਵਿੱਚ ਫਿਰ ਇੱਕ ਵਾਰ ਰਿਪੀਟ ਕਰ ਰਹੇ 2 ਮੈਂਬਰ। ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ? 7। ਸੰਸਦ ਦੇ ਲੋਕ ਸਭਾ ਦੇ ਲਈ ਕਿੰਨੇ ਮੈਂਬਰ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ 13। ਸੰਸਦ ਦੇ ਦੋਨਾਂ ਸਦਨਾਂ ਵਿੱਚ ਹੋਏ ਮਤਭੇਦ ਨੂੰ ਕੌਣ ਦੂਰ ਕਰਦਾ ਹੈ? ਰਾਸ਼ਟਰਪਤੀ। ਦੋਨਾਂ ਸਦਨਾਂ ਵਿੱਚ ਅਗਰ ਮਤਭੇਦ ਹੋਏ ਨੇ ਤਾਂ ਉਸ ਨੂੰ ਰਾਸ਼ਟਰਪਤੀ ਦੂਰ ਕਰਦਾ ਹੈ। ਅੱਗੇ ਕੁਝ ਕੁਐਸਚਨ ਆ, ਜਿਵੇਂ ਪੰਜਾਬ ਵਿੱਚੋਂ ਰਾਜ ਸਭਾ ਅਤੇ ਲੋਕ ਸਭਾ ਵੇਲੇ ਕਿੰਨੇ ਮੈਂਬਰ ਚੁਣੇ ਜਾਂਦੇ ਨੇ? ਕੁਝ ਹੋਰ ਤਾਂ ਜਿਹਦੇ ਪਹਿਲਾਂ ਪੜ੍ਹ ਚੁੱਕਿਆ। ਰਾਜ ਸਭਾ ਲਈ 7 ਅਤੇ ਲੋਕ ਸਭਾ ਲਈ 13। ਦੇਸ਼ ਦਾ ਸੰਵਿਧਾਨਕ ਮੁਖੀ ਕੌਣ? ਅਸੀਂ ਕਾਫੀ ਵਾਰ ਪੜ੍ਹ ਚੁੱਕੇ ਹਾਂ ਲੈਸਨ ਦੇ ਵਿੱਚ। ਰਾਸ਼ਟਰਪਤੀ। ਭਾਰਤ ਦੇ ਮੌਜੂਦਾ ਰਾਸ਼ਟਰਪਤੀ ਹੈ ਸ਼੍ਰੀ ਰਾਮ ਨਾਥ ਕੋਵਿੰਦ ਜੀ ਔਰ ਪ੍ਰਧਾਨ ਮੰਤਰੀ ਹੈ ਸ਼੍ਰੀ ਨਰਿੰਦਰ ਮੋਦੀ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਰਾਸ਼ਟਰਪਤੀ ਲੋਕ ਸਭਾ ਵਿੱਚ ਐਂਗਲੋ ਇੰਡੀਅਨ ਜਾਤੀ ਦੇ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ? ਤਾਂ ਅਸੀਂ ਪਹਿਲਾਂ ਪੜ੍ਹਿਆ 2 ਮੈਂਬਰ। ਇਹ ਯਾਦ ਰੱਖਣਾ ਸਾਰਿਆਂ ਨੇ। ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਦਾ ਨਾਮ ਸ਼੍ਰੀਮਤੀ ਪ੍ਰਤਿਭਾ ਪਾਟਿਲ ਹੋਣੀ। ਤੁਹਾਡਾ ਟਾਈਮ ਪਹਿਲਾਂ ਤੁਹਾਡੇ ਧਿਆਨ 'ਚ ਹੋਵੇ ਤਾਂ ਬਟਨ ਦਬਾ ਕੇ ਵੋਟ ਪਾਉਣ ਵਾਲੀ ਲਈ ਮਸ਼ੀਨ ਕਿਸ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ? EVM ਇਲੈਕਟ੍ਰੋਨਿਕ ਵੋਟਿੰਗ ਮਸ਼ੀਨ। ਠੀਕ ਹੈ। ਇਹ ਨਾਮ ਯਾਦ ਰੱਖਣਾ EVM। ਨਵੀਂ ਵੋਟ ਬਣਾਉਣ ਲਈ ਵੋਟ ਦੀ ਸੁਧਾਈ ਕਰਨ ਲਈ ਅਸੀਂ ਕਿਸ ਨਾਲ ਸੰਪਰਕ ਕਰਦੇ ਹਾਂ? BLO ਬੂਥ ਲੈਵਲ ਅਫਸਰ ਹੁੰਦਾ ਜਿਹੜਾ ਸਾਡਾ BLO, ਅਸੀਂ ਉਹਦੇ ਨਾਲ ਸੰਪਰਕ ਕਰਦੇ ਹਾਂ। ਅਸੀਂ ਦੇਖਿਆ ਹੋਣਾ ਸਾਡੇ ਕਿਤੇ ਵੀ ਬੂਥ ਬਣੇ ਜਿੱਥੇ ਵੋਟਾਂ ਪੈਂਦੀਆਂ ਉੱਥੇ ਉਹਨਾਂ ਦਾ ਨੰਬਰ ਲਿਖਿਆ ਹੁੰਦਾ BLO ਕਰਕੇ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਤੁਸੀਂ ਇਸ ਦੇ ਨੋਟਸ ਤਿਆਰ ਕਰਕੇ ਆਪਣੀ ਕਾਪੀ ਉੱਪਰ ਇਸ ਦੀ ਵਾਰ-ਵਾਰ ਰਿਵੀਜ਼ਨ ਲੈਣੀ ਆ। ਇੰਗਲਿਸ਼ ਮੀਡੀਅਮ ਦੇ ਨੋਟਸ ਇਸ ਤੋਂ ਬਾਅਦ ਅੱਗੇ ਤੁਹਾਨੂੰ ਦਿਖਣਗੇ ਤਾਂ ਇੰਗਲਿਸ਼ ਮੀਡੀਅਮ ਵਾਲੇ ਬੱਚੇ ਉਹਨਾਂ ਨੂੰ ਉੱਥੋਂ ਨੋਟ ਕਰ ਸਕਦੇ। ਇਸੇ ਤਰ੍ਹਾਂ ਰਿਵੀਜ਼ਨ ਕਰਦੇ ਰਹੋ। ਤੁਹਾਡਾ ਸਾਰਿਆਂ ਦਾ ਸਮੇਂ ਸ਼ੁਰੂ ਹੋਵੇ। ਧੰਨਵਾਦ।